ਬੌਸ ਜੀ 1847 ਬੀ ਨੂੰ ਦਵਾਈ ਕਿਵੇਂ ਲਾਉਣੀ? ਹਾਂਜੀ, ਅੱਜ ਤੁਹਾਨੂੰ ਦੱਸਣ ਲੱਗਾ 1847 ਦੇ ਉੱਤੇ ਦੂਸਰਾ ਪ੍ਰੋਗਰਾਮ ਹੈ। ਪਹਿਲਾ ਪ੍ਰੋਗਰਾਮ ਅਸੀਂ ਰਿਕਾਰਡ ਕਰ ਚੁੱਕੇ ਹਾਂ, ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਹੈ ਕਿ ਪਨੀਰੀ ਵਾਲੀ ਜਿਹੜੀ ਕਿਆਰੀ ਉਹ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ। ਤੇ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਅੱਜ ਦੂਸਰਾ ਪ੍ਰੋਗਰਾਮ 1847 ਦੇ ਉੱਤੇ, ਜਿਸ ਤਰ੍ਹਾਂ ਵਾਅਦੇ ਦੇ ਮੁਤਾਬਕ 20 ਤੋਂ 21 ਪ੍ਰੋਗਰਾਮ ਰਿਕਾਰਡ ਹੋਣਗੇ ਸਿਰਫ ਇਸ ਵੈਰਾਈਟੀ ਦੇ ਉੱਤੇ। ਦੂਸਰੇ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਦਵਾਈ ਦਾ ਜਿਹੜਾ ਨਾ ਉਹ ਤਰੀਕਾਕਾਰ ਦੱਸਣ ਲੱਗੇ ਹਾਂ। ਦਵਾਈ ਕਿਵੇਂ ਲਾਣੀ ਹੈ, ਕਿਹੜੀ ਲਾਣੀ ਹੈ, ਕਿੰਨੀ ਲਾਣੀ ਹੈ, ਉਹਦਾ ਤਰੀਕਾਕਾਰ ਕੀ ਹੈ। ਲੋ ਜੀ ਬਿਸਮਿਲ੍ਲਾ ਕਰਕੇ ਆ ਦੇਖੋ ਜੀ, ਪਾਕਿਸਤਾਨ ਕਿਸਾਨ ਟੀਵੀ ਦਾ ਪਾਕਿਸਤਾਨ ਦਾ ਨੰਬਰ 1 ਬੀਜ, ਫਸਟ ਜਨਰੇਸ਼ਨ ਬੀਜ, ਇਨਸ਼ਾਅੱਲਾ ਤਾਲਾ ਉਹੀ ਬੀਜ ਜਿਹੜਾ ਤੁਹਾਨੂੰ ਦੋਸਤਾਂ ਨੂੰ ਦਿੱਤਾ ਹੈ, ਉਹੀ ਬੀਜ ਆਪ ਕਾਸ਼ ਕਰਨਾ ਹੈ। ਔਰ ਕਈ ਬੀਜ ਵੇਚਣ ਵਾਲਿਆਂ ਤਰ੍ਹਾਂ ਨਹੀਂ, ਜਿਹੜੇ ਬੀਜ ਆਪਣੇ ਕਾਸ਼ ਕਰਨ ਲਈ ਸਾਡੇ ਤੋਂ ਲੈਂਦੇ ਪਏ ਨੇ ਤੇ ਅਗਾਂ ਜਿਹੜਾ ਨਾ ਆਪ ਦਾ ਪੈਦਾ ਕੀਤਾ ਅਗਾਂ ਵੇਚਦੇ ਪਏ ਨੇ। ਬਹਰਹਾਲ ਅੱਧਾ ਤੋੜਾ ਕਲਟੀ ਕਰ ਵੀ ਤਕਰੀਬਨ ਹੈ ਜਿਹੜਾ ਨਾ ਅਸੀਂ 10 kg ਜਿਹੜਾ ਨਾ ਇਹਦੇ ਉੱਤੇ ਸੀਡ ਕਲਟੀ ਕਰ ਦੇਣਾ। ਇੱਕ ਆਮ ਛਾਪਰ ਖਾਦ ਵਾਲਾ ਲਿਆ ਹੈ, ਉਹਨੂੰ ਖੋਲ ਲਿਆ, ਖਾਦ ਵਾਲੇ ਛਾਪਰ ਨੂੰ ਖੋਲ ਲਿਆ, ਤਕਰੀਬਨ 10 kg ਜਿਹੜਾ ਨਾ ਸੀਡ ਕਲਟੀ ਕਰ ਲੈਣਾ ਤੇ ਇਹਨੂੰ ਇਸੇ ਛਾਪਰ ਦੇ ਉੱਤੇ ਹੀ ਚੌੜਾ ਕਰ ਲੈਣਾ ਹੱਥ ਨਾਲ ਚੌੜਾ ਕਰਕੇ। ਤੇ ਤਕਰੀਬਨ ਜਿਹੜਾ ਨਾ ਇਹਦੇ ਤੇ ਅਸੀਂ ਜਿਹੜਾ ਨਾ ਦਵਾਈ ਵਾਲਾ ਪਾਣੀ ਪਾਣਾ ਹੈ। ਦਵਾਈ ਵਾਲਾ ਪਾਣੀ ਤਕਰੀਬਨ ਇਹਦੇ ਤੇ 10 kg ਤੇ ਪਾਣਾ ਹੈ ਤਕਰੀਬਨ 4 ਤੋਂ 500 ml, ਤਕਰੀਬਨ 4 ਤੋਂ 500 ml। ਔਰ ਇਸ ਤੋਂ ਇਲਾਵਾ ਇਹ 400-500 ml ਪਾ ਕੇ ਤੇ ਇਸ ਤਰੀਕੇ ਨਾਲ ਇਹਨੂੰ ਲਾਣਾ ਹੈ। ਇਹ ਖੁਦ ਬਖੁਦ ਹੀ ਖੁਸ਼ਕ ਵੀ ਹੋ ਜਾਏਗਾ ਔਰ ਇਹਨੂੰ ਦਵਾਈ ਵੀ ਦਾਣੇ ਦਾਣੇ ਨੂੰ ਲੱਗ ਜਾਏਗੀ। ਇਹ 2 ਮਿੰਟ ਤਕਰੀਬਨ ਇਸ ਤਰੀਕੇ ਨਾਲ ਲਾਣਾ ਹੈ ਔਰ ਲਾ ਕੇ ਅੱਛੇ ਤਰੀਕੇ ਨਾਲ, ਤਾਂ ਕਿ ਕੋਈ ਸੀਡ ਖੁਸ਼ਕ ਨਾ ਰਹਿ ਜਾਵੇ, ਕੋਈ ਜਗ੍ਹਾ ਸੀਡ ਦੀ ਕੋਈ ਸਾਈਡ ਐਸੀ ਨਾ ਰਹਿ ਜਾਵੇ ਜਿੱਥੇ ਦਵਾਈ ਨਾ ਲੱਗੀ ਹੋਵੇ। ਇਹਦੇ ਲਈ ਅੱਛਾ ਫੰਜੀਸਾਈਡ ਜਿਹੜਾ ਨਾ, ਅੱਛਾ ਫੰਜੀਸਾਈਡ, ਕੋਈ ਅੱਛਾ ਫੰਜੀਸਾਈਡ, ਠੀਕ ਹੈ। ਇਹਨੂੰ ਇੰਜ ਇਸ ਤਰੀਕੇ ਨਾਲ ਇਹਨੂੰ ਲਾ ਲਿਆ ਤੇ ਇਹਨੂੰ ਇੱਕ ਤੱਪੜ ਵਿਛਾਇਆ ਜਿਹਦੇ ਉੱਤੇ ਇਹਨੂੰ ਕਲਟੀ ਕਰ ਰਹੇ ਹਾਂ ਦਵਾਈ ਲਾ ਲਾ ਕੇ। ਤੇ ਇਹਦੇ ਨਾਲ ਕੀ ਹੋਏਗਾ, ਇਹਨੂੰ ਹਵਾ ਫਿਰ ਜਾਏਗੀ, ਆਪਸ ਦਾਣਾ ਨਹੀਂ ਚਿੰਬੜੇਗਾ, ਛਟਾ ਦੇਣ ਲੱਗਿਆ ਦਾਣੇ ਇਕੱਠੇ ਨਹੀਂ ਡਿੱਗਣਗੇ, ਠੀਕ ਹੈ ਨਾ। ਅੱਛੇ ਤਰੀਕੇ ਨਾਲ ਛਟਾ ਵੀ ਆ ਜਾਏਗਾ। ਹੁਣ ਇਹਦੇ ਵਿੱਚ ਸਵਾਲ ਇਹ ਆ ਕਿ ਦਵਾਈ ਕਿਹੜੀ ਲਾਣੀ ਹੈ, ਕਿੰਨੀ ਲਾਣੀ ਹੈ, ਉਹਦੇ ਵਿੱਚ ਕਿੰਨਾ ਪਾਣੀ ਪਾਣਾ ਹੈ, ਇਹ ਸਾਰੀਆਂ ਚੀਜ਼ਾਂ ਆਈਏ ਬਾਕੀ ਨੇ। ਹੁਣ ਫਿਲਹਾਲ ਹੁਣ ਤੱਕ ਜਿਹੜੀ ਸਾਡੀ ਅੱਛੀ ਦਵਾਈ ਚੱਲਦੀ ਆਈ ਹੈ ਨਾ, ਜਿਹੜੇ ਅਸੀਂ ਸੀਡ ਟ੍ਰੀਟਮੈਂਟ ਦੇ ਤੌਰ ਤੇ ਯੂਜ਼ ਕਰਦੇ ਰਹੇ ਹਾਂ, ਉਹ ਸਾਡੀ ਚੱਲਦੀ ਆਈ ਹੈ ਥਾਇਓਫਨੇਟ ਮਿਥਾਇਲ। ਲੇਕਿਨ ਇਹ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰਦਾ, ਅੱਜ ਮੈਂ ਵੀ ਮਜਬੂਰਨ ਇਹ ਯੂਜ਼ ਕਰ ਲਈ ਹੈ, ਲੇਕਿਨ ਇਹ ਮੈਂ ਤੁਹਾਨੂੰ ਰਿਕਮੈਂਡ ਨਹੀਂ ਕਰਦਾ। ਮੈਂ ਤੁਹਾਨੂੰ ਇਹਦਾ ਆਲਟਰਨੇਟਿਵ ਦਿਆਂਗਾ ਔਰ ਨੈਕਸਟ ਕ੍ਰੌਪ ਜਿਹੜੀ ਮੈਂ ਕਾਸ਼ਤ ਕਰਾਂਗਾ ਦੁਬਾਰਾ ਚਾਵਲ ਦੀ ਕ੍ਰੌਪ, ਉਹ ਜਿਹੜੀ ਹੈ ਨਾ ਮੈਂ ਇਨਸ਼ਾਅੱਲਾ ਤਾਲਾ ਉਹੀ ਕੈਮੀਕਲ ਯੂਜ਼ ਕਰਾਂਗਾ ਜਿਹੜਾ ਤੁਹਾਨੂੰ ਦੱਸਾਂਗਾ। ਫਿਲਹਾਲ ਇਹ ਮਜਬੂਰੀ ਸੀ ਕਿ ਇਹਦਾ ਆਲਟਰਨੇਟਿਵ ਜਿਹੜਾ ਅਜੇ ਤੱਕ ਅਵੇਲੇਬਲ ਨਹੀਂ ਹੈ। ਔਰ ਪਾਕਿਸਤਾਨ ਦੇ ਚਾਵਲ ਦੇ ਐਕਸਪੋਰਟ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਥਾਇਓਫਨੇਟ ਮਿਥਾਇਲ ਹੈ ਔਰ ਇਸ ਤਰ੍ਹਾਂ ਦੇ ਕਈ ਹੋਰ ਕੈਮੀਕਲ ਨੇ। ਬਹਰਹਾਲ ਕੋਈ ਅੱਛਾ ਫੰਜੀਸਾਈਡ ਤੁਸੀਂ ਲੈਣਾ ਹੈ, ਫਿਲਹਾਲ ਜਿਹੜਾ ਅਵੇਲੇਬਲ ਹੈ ਤੁਹਾਨੂੰ ਦੱਸਿਆ, ਲੇਕਿਨ ਇਨਸ਼ਾਅੱਲਾ ਤਾਲਾ ਮੈਂ ਤੁਹਾਨੂੰ ਅਗਲੇ 10-15 ਦਿਨਾਂ ਦੇ ਵਿੱਚ ਜਿਹੜਾ ਅੱਛਾ ਫੰਜੀਸਾਈਡ ਇਹਦਾ ਆਲਟਰਨੇਟਿਵ ਉਹ ਵੀ ਤੁਹਾਨੂੰ ਅਵੇਲੇਬਲ ਕਰਕੇ ਦਿਆਂਗਾ। ਔਰ ਨੈਕਸਟ ਜਿਹੜੀ ਕਾਸ਼ ਕਰਾਂਗੇ ਉਹਦੇ ਵਿੱਚ ਅਸੀਂ ਉਹੀ ਦਵਾਈ ਲਾਵਾਂਗੇ। ਇਹਨੂੰ ਕਰਨਾ ਕੀ ਹੈ, ਤਕਰੀਬਨ ਜਿਹੜਾ ਫੰਜੀਸਾਈਡ ਹੈ 2 ਗ੍ਰਾਮ ਤਕਰੀਬਨ 1 ਕਿਲੋ ਬੀਜ ਨੂੰ ਲੱਗਣਾ ਹੁੰਦਾ ਹੈ। ਯਾਨੀ ਕਿ ਅਗਰ ਤੁਹਾਡਾ 50 ਕਿਲੋ ਬੀਜ ਹੈ ਤਾਂ ਤੁਹਾਨੂੰ 100 ਕਿਲੋ ਦਵਾਈ 100 ਗ੍ਰਾਮ ਦਵਾਈ ਚਾਹੀਦੀ ਹੈ, 100 ਗ੍ਰਾਮ ਫੰਜੀਸਾਈਡ ਚਾਹੀਦਾ ਹੈ, ਜਿਹਦੇ ਵਿੱਚ ਤੁਸੀਂ ਜਿਹਨੂੰ ਤਕਰੀਬਨ ਜਿਹੜਾ ਨਾ 2 ਲੀਟਰ ਦੇ ਵਿੱਚ ਕਨਵਰਟ ਕਰ ਲੈਣਾ ਹੈ। ਯਾਨੀ ਉਹਦੇ ਵਿੱਚ 2 ਲੀਟਰ ਪਾਣੀ ਪਾ ਕੇ ਉਹਨੂੰ ਅੱਛੇ ਤਰੀਕੇ ਨਾਲ ਹੱਲ ਕਰ ਲੈਣਾ ਹੈ ਔਰ ਅੱਛੇ ਤਰੀਕੇ ਨਾਲ ਹੱਲ ਕਰਨ ਤੋਂ ਬਾਅਦ ਜਦੋਂ ਵੀ ਸੀਡ ਦੇ ਉੱਤੇ ਦਵਾਈ ਪਾਣੀ ਹੈ ਉਸੇ ਤਰ੍ਹਾਂ ਹੀ ਹੱਲ ਕਰਕੇ ਲਾ ਕੇ ਅੱਛੇ ਤਰੀਕੇ ਨਾਲ ਪਾਣੀ ਹੈ। ਹੁਣ ਇਸ ਫੰਜੀਸਾਈਡ ਦਾ ਬੇਸਿਕਲੀ ਫਾਇਦਾ ਕੀ ਹੋਏਗਾ, ਇੱਕ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸੀਡ ਨੂੰ ਕਾਸ਼ ਦੇ ਦੌਰਾਨ ਹੀ ਜਿਹੜੀਆਂ ਨਾ ਅਟੈਕ ਕਰਨ ਦਾ ਜਿਨ੍ਹਾਂ ਦਾ ਚਾਂਸ ਹੁੰਦਾ ਹੈ ਨਾ, ਜਿਸ ਤਰ੍ਹਾਂ ਬਹੁਤ ਸਾਰੇ ਫੰਗਸ ਅਟੈਕ ਕਰ ਜਾਂਦੇ ਸੀਡ, ਚੂੰਕਿ ਉਹਨੂੰ ਨਰਮ ਕਰੀਦਾ ਪਾਣੀ ਪਾ ਕੇ ਗਾਲ ਕੇ, ਉਹਨੇ ਜਰਮੀਨੇਟ ਕਰਨਾ ਹੁੰਦਾ, ਉਹਨੇ ਸਟਾਰਟਅਪ ਲੈਣਾ ਹੁੰਦਾ ਜ਼ਿੰਦਗੀ ਦਾ, ਔਰ ਸਟਾਰਟਅਪ ਦੇ ਵਿੱਚ ਜਿਹੜਾ ਨਾ ਕਾਫੀ ਜ਼ਿਆਦਾ ਬਿਮਾਰੀਆਂ ਦਾ ਚਾਂਸ ਹੁੰਦਾ। ਇੱਕ ਤਾਂ ਉਹਨਾਂ ਬਿਮਾਰੀਆਂ ਤੋਂ ਜਿਹੜਾ ਨਾ ਉਹ ਚਾਵਲ ਦੀ ਪਨੀਰੀ ਨਰਸਰੀ ਬਚ ਜਾਂਦੀ ਹੈ। ਦੂਸਰਾ ਇਹਦਾ ਖਾਸ ਫਾਇਦਾ ਹੁੰਦਾ ਹੈ, ਇੱਕ ਬੜੀ ਹੀ ਅਹਿਮ ਇੱਕ ਬਿਮਾਰੀ ਹੈ, ਬੜੀ ਭੈੜੀ ਬਿਮਾਰੀ ਕਹਿ ਲਓ ਆਮ ਲਫ਼ਜ਼ਾਂ 'ਚ, ਖਤਰਨਾਕ ਬਿਮਾਰੀ ਬਕਾਇਨੀ ਦੀ, ਜਿੰਦੇ ਵਿੱਚ ਇਹ ਹੁੰਦਾ ਕਿ ਪੌਦਾ ਬਹੁਤ ਜ਼ਿਆਦਾ ਕੱਦ ਕਰ ਲੈਂਦਾ ਲੇਕਿਨ ਬੂਟਾ ਨਹੀਂ ਮਾਰਦਾ, ਤੀਲੇ ਥੋੜੇ ਰਹਿੰਦੇ ਨੇ। ਉਹ ਬਿਮਾਰੀ ਪਨੀਰੀ ਦੇ ਵਿੱਚ ਕੰਟਰੋਲ ਕਰਨ ਦੇ ਵਿੱਚ ਇਹ ਜਿਹੜਾ ਸਾਡਾ ਫੰਜੀਸਾਈਡ ਹੈ ਨਾ, ਇਹ ਉਹਦੇ ਵਿੱਚ ਸਾਡੀ ਹੈਲਪ ਕਰਦਾ ਹੈ। ਔਰ ਜਦੋਂ ਸਾਡਾ ਬਕਾਇਨੀ ਵਗੈਰਾ ਤੋਂ ਇਹ ਸੀਡ ਬਚ ਜਾਏਗਾ, ਉਸ ਤੋਂ ਇਲਾਵਾ ਅਦਰ ਫੰਗਸ ਜਿਹੜੀਆਂ ਫੰਗਸ ਤੋਂ ਪੈਦਾ ਹੋਣ ਵਾਲੀਆਂ ਜਿਹੜੀਆਂ ਡਿਜ਼ੀਜ਼ਸ ਨੇ ਉਹਨਾਂ ਤੋਂ ਬਚ ਜਾਏਗਾ ਤੇ ਸਾਡੀ ਫਸਲ ਜਿਹੜੀ ਨਾ ਸਿਹਤਮੰਦ ਤੇ ਹੈਲਦੀ ਹੋਏਗੀ। ਇਹ ਸੀਡ ਟ੍ਰੀਟਮੈਂਟ ਲਾਜ਼ਮੀ ਕਰਨਾ ਹੈ, ਇਹਦੇ ਵਿੱਚ ਤੁਹਾਡੀ ਜਰਮੀਨੇਸ਼ਨ ਵੀ ਅੱਛੀ ਹੋ ਜਾਂਦੀ ਹੈ
ਕਿਸੇ ਬਿਮਾਰੀ ਤੋਂ ਵੀ ਫਸਲ ਬਚ ਜਾਂਦੀ ਏ। ਉਸ ਤੋਂ ਇਲਾਵਾ ਫਿਰ ਇਹਦੇ 'ਚ ਇਹ ਹੁੰਦਾ ਹੈ ਕਿ ਤੁਹਾਡਾ ਬਕਾਇਨੀ ਵਗੈਰਾ ਦਾ ਵੀ ਮਸਲਾ ਨਹੀਂ ਆਉਂਦਾ, ਔਰ ਹਮੇਸ਼ਾ ਹੀ ਕੋਈ ਇੱਕ ਅੱਧਾ ਦਿਨ ਦਾ ਗੈਪ ਵੀ ਆ ਜਾਂਦਾ, ਯਾਨੀ ਜਲਦੀ ਪਨੀਰੀ ਤਿਆਰ ਹੋ ਜਾਂਦੀ ਹੈ। ਤੇ ਲੇਕਿਨ ਜਿਹੜਾ ਦਵਾਈ ਜਿਹੜੀ ਲਾਣੀ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗਾ। ਅੱਜ ਇਹ ਦੂਸਰਾ ਪ੍ਰੋਗਰਾਮ 1847 ਦੇ ਉੱਤੇ ਹੋ ਗਿਆ। ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।